औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। अल्लाह जल्ले शानहू दे नाम दे नाल अल्हम्दुलिल्लाहि रब्बिल आलमीन वल आक़िबतुल मुत्तकीन अस्सलातु वस्सलामु अला रसूलिहिल करीम। दोस्तों अस्सलामु अलैकुम। डॉक्टर नसीर कालो हाज़र CNP न्यूज़ ਤੋਂ। ਦੋਸਤੋ, ਜਦੋਂ ਅਸੀਂ ਆਪਣੇ ਮੁਲਕ ਦੇ ਹਾਲਾਤ ਦੇਖਨੇ ਆ ਤੇ ਆਪਣੇ ਇਰਦ ਗਿਰਦ ਮੁਲਕਾਂ ਦੇ ਹਾਲਾਤ ਦੇਖਨੇ ਆ ਤੇ ਬੜਾ ਅਫਸੋਸ ਵੀ ਹੁੰਦਾ, ਦੁੱਖ ਵੀ ਹੁੰਦਾ, ਪਰੇਸ਼ਾਨੀ ਵੀ ਹੁੰਦੀ ਹੈ ਔਰ ਨਾਲ ਨਾਲ ਸੋਚ ਵੀ ਆਉਂਦੀ ਆ ਕਿ ਅਸੀਂ ਕਿਹੜੇ ਕੰਮਾਂ 'ਚ ਪਏ ਆ ਤੇ ਲੋਕ ਕਿੱਥੇ ਪਹੁੰਚ ਗਏ ਨੇ। ਇੰਡੀਆ ਸਾਡੇ ਮਸ਼ਰਕ 'ਚ ਉਹ ਚੰਦ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ, ਬਲਕਿ ਕਹਿੰਦੇ ਨੇ ਉਹ ਪਹੁੰਚ ਵੀ ਗਿਆ। ਉਸ ਤੋਂ ਬਾਅਦ ਅਫਗਾਨਿਸਤਾਨ, ਉਹਨੇ ਕਿੰਨੀ ਵੱਡੀਆਂ ਵੱਡੀਆਂ ਮੁਮਲਕਤਾਂ ਨੂੰ, ਕਿੰਨੇ ਵੱਡੇ ਵੱਡੇ ਐਟਮੀ ਤਾਕਤਾਂ ਨੂੰ ਸ਼ਿਕਸਤ ਦੇ ਕੇ ਆਪਣੀ ਉੱਥੇ ਤਾਲਿਬਾਨ ਨੇ ਹਕੂਮਤ ਬਣਾਈ ਹੈ। ਨਾਲ ਹੀ ਦੇਖ ਲਓ ਸਾਡੀ ਸਾਈਡ ਤੇ, ਮਗਰਬ ਦੀ ਸਾਈਡ ਤੇ ਈਰਾਨ ਹੈ। ਈਰਾਨ ਨੇ ਬਹੁਤ ਬੜੀ ਤਾਕਤ ਸੀ, ਅਮਰੀਕਾ ਔਰ ਉਹਦੇ ਨਾਲ ਉਹਦੇ ਜਿਹੜੇ ਅਲਾਇੰਸ ਸੀ ਉਹਨਾਂ ਨੂੰ ਇੱਕ ਹੱਦ ਤੱਕ ਸ਼ਿਕਸਤ ਹੀ ਦੇ ਦਿੱਤੀ ਆ। ਔਰ ਹੁਣ ਉਹ ਆਪਣੇ ਜ਼ਖਮ ਚੱਟਣ ਡਏ ਆ, ਅਮਰੀਕਾ ਤੇ ਆਪਣਾ ਇਸਰਾਈਲ। ਮੈਂ ਕੱਲ ਦੇਖ ਰਿਹਾ ਸਾਂ ਇਸਰਾਈਲ ਦੇ ਇੱਕ ਵਜ਼ੀਰ ਆਜ਼ਮ ਦਾ ਬਿਆਨ ਕਿ ਜਨਾਬ ईरान ਨੂੰ ਚਾਹੀਦਾ ਮਿਜ਼ਾਈਲ ਖਤਮ ਕਰ ਦੇं। क्यों भी मिसाइल क्यों खत्म करने चाहिए? तू मामा लगना ईरान का, तुम ही खत्म कर रहा। देखो ना, मिसाइल अगर खत्म करने सारी दुनिया चो खत्म कर देने चाहिए। इसराइल दे भी खत्म कर, अमरीका दे भी खत्म कर और ईरान को भी खत्म करवा देन। लेकिन ये तो नहीं है कि तुसी एक नूं ते कुछ ना कहो तो दूसरे जो मर्जी कर दब्बी जाओ। दूसरे नंबर ते जो ਅਸੀਂ ਦੇਖਨੇ ਆ ਕਿ ਸਾਡੇ ਹਾਲਾਤ ਅੰਦਰੂਨੀ ਕੀ ਨੇ ਤੇ ਅਸੀਂ ਬਾਹਰ ਕੀ ਕਰ ਸਕਦੇ ਆ। ਅਸੀਂ ਦੇਖੋ ਸਾਡਾ ਹਾਲ ਉਹ ਬਣ ਗਿਆ ਵਾ ਜਿਹਨੂੰ ਕਹਿੰਦੇ ਆ ਕਿ ਨਾ ਘਰ ਦੇ ਤੇ ਨਾ ਬਾਹਰ ਦੇ। ਮਸਲਾ ਇਹ ਆ ਸਾਡੇ ਮੁਲਕ ਦੇ ਅੰਦਰ ਆਪਣੇ ਉਹ ਫਸਾਦਾਤ ਸ਼ੁਰੂ ਹੋਏ ਨੇ, ਦਹਿਸ਼ਤਗਰਦੀ, ਮਹਿੰਗਾਈ, ਗੁਰਬਤ, ਰੌਲਾ, ਲੜਾਈਆਂ, ਝਗੜੇ, ਮੁਫਤੇ ਮਸਲੇ ਮਸਾਇਲ, ਸਾਰੇ ਤਕਰੀਬਨ ਸਾਰੀ ਜਗ੍ਹਾ ਤੇ। ਕਸ਼ਮੀਰ ਦੇ ਅੰਦਰ ਬਹੁਤ ਬੜਾ ਇhtਜਾਜ ਚੱਲ ਰਿਹਾ, ਬਲੋਚਿਸਤਾਨ ਦੇ ਅੰਦਰ ਤਖਰੀਬਕਾਰੀ ਚੱਲ ਰਹੀ ਹੈ, KPK ਦੇ ਅੰਦਰ ਵੀ ਇਹ ਹਾਲਾਤ ਨੇ, ਪੰਜਾਬ ਦੇ ਅੰਦਰ ਲੋਕ ਹੜਤਾਲਾਂ ਕਰ ਰਹੇ ਨੇ, ਭੁੱਖੇ ਮਰਨ ਡਏ ਨੇ, ਕੁਝ ਲੱਭਦਾ ਨਹੀਂ। ਸਿੰਧ ਦਾ ਵੀ ਇਹੀ ਹਾਲ ਆ। ਲੇਕਿਨ ਅਸੀਂ ਇੱਕ ਚਲੋ ਅੱਛਾ ਕੰਮ ਕਰ ਕੀਤਾ ਕਿ ਈਰਾਨ ਔਰ ਅਮਰੀਕਾ ਦੀ ਇੱਕ ਕੁਰਬਤ ਕਰਨ ਵਾਸਤੇ ਜਾਂ ਉਹਨਾਂ 'ਚ ਇੱਕ ਮੁਆਹਦਾ ਕਰਾਉਣ ਵਾਸਤੇ ਜਾਂ ਉਹਨਾਂ ਦੇ ਅੰਦਰ ਤਸਵੀਆ ਕਰਾਉਣ ਵਾਸਤੇ ਕੋਸ਼ਿਸ਼ ਕੀਤੀ ਆ। ਲੇਕਿਨ ਸਾਨੂੰ ਆਪਣੇ ਅੰਦਰ ਵੀ ਦੇਖਣਾ ਚਾਹੀਦਾ ਕਿ ਸਾਡੇ ਅੰਦਰ ਕੀ ਮਸਾਇਲ ਹੋ ਰਹੇ ਨੇ। ਜਿਹਨਾਂ ਦੇ ਘਰ ਵਿੱਚ ਲੜਾਈਆਂ ਹੋਣ ਉਹ ਬਾਹਰ ਸੁਲ੍ਹਾ ਕਰਾਉਂਦੇ, ਲੋਕ ਤਮਾਸ਼ਾ ਦੇਖ ਦਿੰਦੇ, ਲੋਕ ਮਜ਼ਾਕ ਕਰਦੇ ਹੁੰਦੇ ਨੇ। ਦੇਖੋ ਹੁਣ ਅਗਲੀ ਗੱਲ ਨਵੀਂ ਅਜੀਬ ਆ ਕਿ ਸਾਡੇ ਮਾਸ਼ਾਅੱਲਾ ਮਾਰਸ਼ੱਲਾ ਸਾਰੀ ਫੀਲਡ ਮਾਰਸ਼ਲ ਸਾਹਿਬ ਨੇ ਬੜੀ ਕੋਸ਼ਿਸ਼ ਕਰਨ ਤੋਂ ਬਾਅਦ ਅਮਰੀਕਾ ਔਰ ਈਰਾਨ ਦਾ ਕੋਈ ਤਸਵੀਆ ਕਰਵਾਉਣ ਦੀ ਕੋਸ਼ਿਸ਼ ਕੀਤੀ ਆ। ਬੜੇ ਕਰੀਬ ਕਰੀਬ ਬੰਦਾ ਉਹਨਾਂ ਨੂੰ। ਲੇਕਿਨ ਟਰੰਪ ਸਾਹਿਬ ਫਰਮਾ ਰਹੇ ਨੇ ਕਿ ਅਸੀਂ ਅਗਰ ਮੁਆਹਦਾ ਹੋਇਆ ਤੇ ਅਸੀਂ ਯੂਰਪ 'ਚ ਕਰਾਂਗੇ। ਕਿਉਂ ਵੀ ਪਾਕਿਸਤਾਨ 'ਚ ਕੀ ਅੱਖਾਂ ਦੁਖਦੀਆਂ ਨੇ ਸਾਡੀਆਂ? ਪਾਕਿਸਤਾਨ 'ਚ ਕੀ ਸਾਡੇ ਪਾਣੀ ਨਹੀਂ ਲੱਭਦਾ? ਪਾਕਿਸਤਾਨ 'ਚ ਕੀ ਤੁਹਾਨੂੰ ਰੋਟੀ ਨਾ ਅਸੀਂ ਦੇਣ ਜੋਗੇ ਹੋਵਾਂਗੇ? ਪਾਕਿਸਤਾਨ ਤੁਹਾਨੂੰ ਬਿਠਾਉਣ ਜੋਗੀ ਜਗ੍ਹਾ ਨਹੀਂ ਹੋਏਗੀ ਸਾਡੇ ਤੋਂ? ਅਜੀਬ ਤਮਾਸ਼ਾ ਇਹਨਾਂ ਯੂਰਪੀ ਮੁਲਕਾਂ ਨੇ ਔਰ ਇਹਨਾਂ ਵੱਡੇ ਵੱਡੇ ਚੌਧਰੀਆਂ ਲਗਾਇਆ। ਜਦੋਂ ਪਾਕਿਸਤਾਨ ਨੇ ਸਾਰੀ ਕਾਬਿਸ਼ ਕੀਤੀ ਹੈ ਤੇ ਸਭ ਕੁਝ ਵੀ ਪਾਕਿਸਤਾਨ ਦੇ ਅੰਦਰ ਹੀ ਹੋਣਾ ਚਾਹੀਦਾ। ਲੇਕਿਨ ਸਾਨੂੰ ਉਹ ਡੀਵੈਲਿਊ ਕਰਦੇ ਨੇ, ਸਾਨੂੰ ਕਮਜ਼ੋਰ ਤਰੀਨ ਸਮਝਦੇ ਨੇ, ਸਾਨੂੰ ਇਹ ਸਮਝਦੇ ਕਿ ਇੱਥੇ ਦਹਿਸ਼ਤਗਰਦੀ ਹੋ ਰਹੀ ਆ। ਇੱਥੇ ਸਭ ਤੋਂ ਵੱਡੀ ਗਲਤੀ ਅਸੀਂ ਖੁਦ ਕਰ ਰਹੇ ਹਾਂ ਕਿ ਅਸੀਂ ਸਾਰੇ ਮੁਲਕ ਦੇ ਉੱਤੇ ਪਰਚੇ ਦਹਿਸ਼ਤਗਰਦੀਆਂ ਦੇ ਦਿੱਤੇ ਔਰ ਲੋਕ ਇਹੀ ਸਮਝਦੇ ਕਿ ਸਾਰੇ ਦਹਿਸ਼ਤਗਰਦ ਰਹਿੰਦੇ ਨੇ। ਸਾਡੀ ਹਕੂਮਤ ਨੂੰ ਬਹੁਤ ਸੋਚ ਸਮਝ ਕੇ ਕਦਮ ਉਠਾਉਣਾ ਚਾਹੀਦਾ। ਇਹੋ ਜਿਹੇ ਕਦਮ ਕੋਈ ਨਾ ਉਠਾਏ ਜਿਹਦੇ ਤੋਂ ਸਾਡੇ ਮੁਲਕ ਦੀ ਬੈਰੂਨੀ ਦੁਨੀਆ ਦੇ ਅੰਦਰ ਜਗਨਸਾਈ ਹੋਵੇ, ਬੇਇੱਜ਼ਤੀ ਹੋਵੇ ਔਰ ਉਹਨਾਂ ਸਾਡਾ ਕ੍ਰੈਡੀਬਿਲਿਟੀ ਖਰਾਬ ਹੋਵੇ। ਉਸ ਤੋਂ ਬਾਅਦ ਅੱਗੇ ਚੱਲ ਜਾਂਦੇ ਆ ਸਾਡੇ ਕੰਮ ਕੀ ਅਸੀਂ ਕਰ ਰਹੇ ਹਾਂ। ਅਸੀਂ ਜਨਾਬ ਲੋਕਾਂ ਦੀਆਂ, ਮੇਰੇ ਹੁਕਮਰਾਨਾਂ ਨੇ ਲੋਕਾਂ ਦੀਆਂ ਤਨਖਾਹਾਂ ਤੇ ਪੈਨਸ਼ਨ 'ਚ ਇਜ਼ਾਫਾ ਕੀਤਾ ਮਾਸ਼ਾਅੱਲਾ 7%। ਮੈਨੂੰ ਸ਼ੱਕ ਆ ਵੀ ਇੰਨਾ ਇਜ਼ਾਫਾ ਕਿਤੇ ਸੁਣ ਕੇ ਕੋਈ ਵਿਚਾਰੇ ਪੁਰਾਣੇ ਜਿਹੜੇ ਬਾਬੇ ਨੇ ਪੈਨਸ਼ਨਰ ਉਹ ਕੋਈ ਫੌਤ ਹੀ ਨਾ ਹੋ ਜਾਣ ਖੁਦਾ ਨਾ ਖਾਸਤਾ। ਇੰਨੀ ਖੁਸ਼ੀ ਦੀ ਗੱਲ ਆ। ਜਾਂ ਕੋਈ ਸਰਕਾਰੀ ਮੁਲਾਜ਼ਮ ਨਾ ਕਿਸੇ ਨੂੰ ਦਿਲ ਦਾ ਦੌਰਾ ਪੈ ਜਾਏ ਵੀ ਇੰਨਾ ਜ਼ਿਆਦਾ ਇਜ਼ਾਫਾ ਇਸ ਗੌਰਮੈਂਟ ਨੇ ਕਰ ਦਿੱਤਾ। ਸ਼ਰਮ ਦੀ ਗੱਲ ਇਹ ਆ ਕਿ ਆਪਣੀਆਂ ਤਨਖਾਹਾਂ ਜਦੋਂ ਇਹਨਾਂ ਵਧਾਈਆਂ ਨੇ ਤੇ 5-5, 600% ਵਧਾਤੀਆਂ। ਜਦੋਂ ਅਦਲੀਆ ਦੀਆਂ ਵਧਾਈਆਂ ਨੇ ਉਹ ਵੀ ਕਈ 100 ਦੇ ਹਿਸਾਬ ਨਾਲ ਵਧਾ ਦਿੱਤੀਆਂ। ਜਦੋਂ ਇਹ ਕਾਰਾਂ ਲੈਂਦੇ ਨੇ ਉਹ ਕਰੋੜਾਂ ਅਰਬਾਂ ਰੁਪਇਆ ਬਰਬਾਦ ਉੱਥੇ ਕਰ ਦਿੱਤਾ। ਹੋਰ ਜਹਾਜ਼ ਲੈਂਦੇ ਨੇ ਅਰਬਾਂ ਰੁਪਇਆ ਬਰਬਾਦ ਕਰ ਦਿੱਤਾ। ਬਿਜਲੀ ਦਾ ਬਿੱਲ ਵਧਾਉਂਦਿਆਂ ਵੇਖਦੇ ਨਹੀਂ ਵੀ ਕਿੰਨੇ ਪਰਸੈਂਟ ਵਧਾ ਦਿੱਤਾ। ਤੇਲ ਦੀ ਕੀਮਤਾਂ ਵਧਾਉਂਦਿਆਂ ਵੇਖਦੇ ਨਹੀਂ ਕਿਸ ਕੀਮਤ ਤੇ ਵਧਾ ਦਿੱਤਾ, ਕਿੰਨਾ ਉਹਦੇ ਚ ਇਜ਼ਾਫਾ ਕੀਤਾ। ਲੇਕਿਨ ਜਦੋਂ ਸਰਕਾਰੀ ਮੁਲਾਜ਼ਮ, ਗਰੀਬ ਜਿਹੜਾ ਤਬਕਾ, ਮੈਂ ਸਾਰੇ ਨਹੀਂ ਸਮਝਦਾ,
ਜਿਨ੍ਹਾਂ ਨੇ ਮਾੜ ਧਾੜ ਵਾਲੇ ਆ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ, ਉਹਨਾਂ ਤੇ ਇੱਕ ਬਲਕਿ ਤਨਖਾਹ ਉਹਨਾਂ ਨੂੰ ਨਾ ਵੀ ਮਿਲੇ ਤਾਂ ਉਹਨੂੰ ਕੋਈ ਫਰਕ ਨਹੀਂ ਪੈਂਦਾ। ਲੇਕਿਨ ਜਿਹੜੇ ਸਾਡੇ ਤਰ੍ਹਾਂ ਦੇ ਸਫੇਦਪੋਸ਼ ਲੋਕ ਨੇ, ਜਾਂ ਜਿਹੜੇ ਹੇਰਾਫੇਰੀਆਂ ਨਹੀਂ ਕਰਦੇ, ਜਾਂ ਜਿਹੜੇ ਕਰਪਸ਼ਨ ਨਹੀਂ ਕਰਦੇ, ਜਿਹੜੇ ਰਿਸ਼ਵਤਾਂ ਨਹੀਂ ਲੈਂਦੇ, ਗਲਤ ਕਾਰੀਆਂ ਨਹੀਂ ਕਰਦੇ, ਉਹਨਾਂ ਵਿਚਾਰਿਆਂ ਦਾ 7% ਨਾਲ ਕੀ ਫਾਇਦਾ ਹੋਏਗਾ ਬਈ? ਤੁਸੀਂ ਹਰ ਚੀਜ਼ ਮਹਿੰਗਾਈ ਵਧਾ ਕੇ ਮਹਿੰਗਾਈ ਇਸ ਹੱਦ ਤੱਕ ਲੈ ਗਈ ਆ ਕਿ ਲੋਕ ਦਾ ਸਾਹ ਘੁੱਟਣਾ ਸ਼ੁਰੂ ਹੋ ਗਿਆ। ਤੇ ਤਨਖਾਹਾਂ 'ਚ ਇਜ਼ਾਫਾ ਕਿੰਨਾ? 7%। MN MP ਵਜ਼ੀਰਾਂ ਮਸ਼ੀਰਾਂ ਦੀ ਤਨਖਾਹਾਂ 'ਚ ਕਿੰਨਾ ਪਰਸੈਂਟ? 600%। ਵਾਹ ਜੀ ਵਾਹ, ਕਮਾਲ ਨਹੀਂ ਕਰ ਛੱਡਿਆ। ਔਰ IMF ਬੇੜਾ ਗਰਕ ਹੋਵੇ ਇਹੋ ਜਿਹੀਆਂ ਚੀਜ਼ਾਂ ਦਾ। ਹੈਰਾਨਗੀ ਦੀ ਗੱਲ ਇਹ ਆ ਕਿ IMF 7% ਤੋਂ ਇਜ਼ਾਫਾ ਦਾ ਇਜਾਜ਼ਤ ਨਹੀਂ ਦਿੰਦਾ ਕਿ ਸਰਕਾਰੀ ਮੁਲਾਜ਼ਮ ਦੀ ਤਨਖਾਹ ਵਧਾਓ। ਲੇਕਿਨ ਇਹਨਾਂ ਜਿਹੜੇ ਹੈ ਨੇ MN MP ਵਜ਼ੀਰ ਮਸ਼ੀਰ ਸਦਰ ਵਜ਼ੀਰ ਆਜ਼ਮ, ਇਹਨਾਂ ਦੀ ਤਨਖਾਹਾਂ ਦਾ ਕੋਈ ਮਰਜ਼ੀ ਜਿੰਨਾ ਮਰਜ਼ੀ ਵਧਾਈ ਜਾਓ। ਇਹਨਾਂ ਦੇ ਕਰੋੜਾਂ ਰੁਪਇਆ ਲਾਈ ਜਾਂਦੇ ਨੇ ਘਰ ਦਾ ਬਾਥਰੂਮ ਬਣਾਉਣ ਵਾਸਤੇ, ਟਾਇਰ ਬਦਲਣ ਵਾਸਤੇ ਕਰੋੜਾਂ ਰੁਪਇਆ ਲਗਾ ਦਿੰਦੇ ਨੇ ਘਰ ਦੇ। ਇਹਨਾਂ ਤੇ ਕੋਈ IMF ਨਹੀਂ ਕਹਿੰਦਾ। ਫਿਰ ਟੈਕਸ ਇਹ ਨਹੀਂ ਦਿੰਦੇ, ਬਿਜਲੀ ਚੋਰੀ ਸਾਰੀ ਸ਼ਰਾਫੀਆ ਕਰ ਰਿਹਾ, ਉੱਥੇ IMF ਕੁਝ ਨਹੀਂ ਕਹਿੰਦਾ। IMF ਨੂੰ ਸਿਰਫ ਤਕਲੀਫ ਆ ਜਾ ਕਿੱਥੇ ਹੁੰਦੀ ਆ? ਸਿਰਫ ਸਰਕਾਰੀ ਮੁਲਾਜ਼ਮਾਂ ਤੇ ਜਿਹੜੇ ਗਰੀਬਾਂ ਦੀ ਤਨਖਾਹ ਤੇ ਗੁਜ਼ਾਰਾ ਵਾ, ਔਰ ਉਹਨਾਂ ਨੂੰ ਕਹਿੰਦੇ ਕਿ 7% ਤੋਂ ਵੱਧ ਨਹੀਂ ਦੇਣੇ। ਕਿਤੇ ਖੁਦਾ ਨਾ ਖਾਸਤਾ ਇਹ ਬਚੇ ਨਾ ਰਹਿਣ, ਇਹ ਫੌਤ ਹੀ ਹੋ ਜਾਣ ਤੇ ਠੀਕ ਆ, ਇਹਨਾਂ ਦੀ ਜਾਨ ਤਾਂ ਹੀ ਇਹਨਾਂ ਤੋਂ ਛੁੱਟੇਗੀ, ਕਿਉਂਕਿ ਇਹਨਾਂ ਨੇ ਵੋਟ ਜੁਟੀ ਇਸ ਹਕੂਮਤ ਉੱਤੇ। ਮੇਰਾ ਖਿਆਲ ਆ ਇਹਦੇ ਨਾਲ ਹੀ ਅੱਜ ਦੀ ਗੱਲ ਖਤਮ ਕਰ ਰਹੇ ਹਾਂ। ਅੱਲਾਹ ਹਾਫਿਜ਼, ਅਸਲਾਮ।